ਸਾਰੀ ਸੋਸਾਇਟੀ ਨੂੰ ਇਹ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਚੰਗੇ ਫਾਈਨੈਂਸ਼ੀਅਲ ਕੰਸਲਟੈਂਟ ਨਾਲ ਬੈਠੋ, ਸਮਝੋ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਇਹਦੇ ਵਿੱਚ ਆਪਣਾ ਪੈਸਾ ਲਾਓ। ਪਰ ਕੁਝ ਇਹਦੇ ਵਿੱਚ ਲੀਗਲ ਫੈਕਟ ਇੱਦਾਂ ਦੇ ਨੇ, ਕੁਝ ਸਾਡੇ ਕੋਲ ਟੈਕਨੀਕ ਨੇ, ਕੁਝ ਐਕਟ ਨੇ ਇੱਦਾਂ ਦੇ, ਤੇ ਅੱਜ ਦੀ ਡੇਟ ਦੇ ਵਿੱਚ ਇੱਦਾਂ ਦੇ ਟੂਲ ਹੈਗੇ ਨੇ ਵੀ ਜਿਹੜੀ ਉਹਨਾਂ ਵੱਲੋਂ ਉਸ ਸੈਕਸ਼ਨ ਦੇ ਅੰਡਰ ਲਾ ਕੇ ਉਸ ਇਨਵੈਸਟਮੈਂਟ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਆਪਣੇ ਜਾਣ ਤੋਂ ਬਾਅਦ ਜਾਂ ਬਿਜ਼ਨਸ ਦੇ ਵਿੱਚ ਕੋਈ ਵੱਡਾ ਐਕਸੀਡੈਂਟ ਹੋਣ ਤੋਂ ਬਾਅਦ, ਉੱਪਰ ਥੱਲੇ ਹੋਣ ਤੋਂ ਬਾਅਦ ਉਹਨਾਂ ਲਾਇਬਿਲਟੀਆਂ ਤੋਂ ਆਪਣੇ ਪਰਿਵਾਰ ਨੂੰ ਮੁਕਤ ਰੱਖ ਸਕਦੇ ਨੇ। Hi, you're watching The Sovera. This is Amarpal Singh before you. Government of India and Insurance Regulatory Development Authority of India, they have target to achieve that insurance for all by 2047. So to understand what is the importance of insurance, what are its benefits, what is the significance nowadays, to understand this, we are having with us some financial consultants. So starting with Baljeet Singh ji. Sir, welcome to The Sovera. Thank you ji. Sir, as of now, at present, what you see the importance of insurance? ਸਤਿ ਸ਼੍ਰੀ ਅਕਾਲ ਜੀ। ਇੰਪੋਰਟੈਂਸ ਜੋ ਲਓ ਤੁਸੀਂ ਇੰਸ਼ੋਰੈਂਸ ਦੀ, ਤਾਂ ਸਾਡੀ ਲਾਈਫ ਦੇ ਵਿੱਚ ਇੰਸ਼ੋਰੈਂਸ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਅੱਜ ਕੱਲ੍ਹ ਪੰਜਾਬ ਦੇ ਲੋਕ, ਹਿੰਦੁਸਤਾਨ ਦੇ ਲੋਕ ਅਵੇਅਰ ਨਹੀਂ ਹੈਗੇ ਇਸ ਚੀਜ਼ ਤੋਂ। ਦੇਖੋ, ਹਰ ਇੱਕ ਪਰਿਵਾਰ ਨੂੰ ਇੱਕ ਫਾਈਨਾਂਸ ਦੀ ਇੱਕ ਲੋੜ ਹੁੰਦੀ ਹੈ ਕਿ ਸਾਡਾ ਕੁਝ ਕਾਰਪਸ ਬਣ ਕੇ ਖੜਾ ਹੋਵੇ, ਪਰ ਜਦੋਂ ਇੱਕ ਬੰਦਾ ਕਮਾ ਰਿਹਾ ਹੁੰਦਾ ਵੇ ਤੇ ਪਰਿਵਾਰ ਉਹਦੇ ਸਿਰ ਤੇ ਚੱਲ ਰਿਹਾ ਹੁੰਦਾ, ਜਦੋਂ ਥੋੜਾ ਵੀ ਇਨਵੈਸਟਮੈਂਟ ਕਰਦਾ ਵੇ ਤਾਂ ਇੱਕ ਵੱਡੀ ਜਿਹੜੀ ਜ਼ਰੂਰਤ ਪੈਂਦੀ ਹੈ। ਮੈਂ ਇੱਥੇ ਕਹਿਣ 'ਚ ਗੁਰੇਜ਼ ਨਹੀਂ ਕਰਾਂਗਾ ਕਿ ਇੰਸ਼ੋਰੈਂਸ ਦੀ ਅਹਿਮੀਅਤ ਉਦੋਂ ਪਤਾ ਲੱਗਦੀ ਹੈ ਜਦੋਂ ਕਮਾਉਣ ਵਾਲਾ ਚਲਾ ਜਾਂਦਾ। ਸਾਡੇ ਲੋਕਾਂ ਦੇ ਵਿੱਚ ਇਹ ਗੱਲ ਨੂੰ ਲੈ ਕੇ ਨਹੀਂ ਹੈਗਾ ਕਿ ਅਸੀਂ ਇੰਸ਼ੋਰੈਂਸ ਨੂੰ ਕਰਾਈਏ। ਮੈਂ ਇੱਥੇ ਸਾਰੇ ਲੋਕਾਂ ਨੂੰ ਕਹਾਂਗਾ, ਜਨਤਾ ਨੂੰ ਕਹਾਂਗਾ, ਸੁਣਨ ਵਾਲਿਆਂ ਨੂੰ ਕਹਾਂਗਾ ਕਿ ਇੰਸ਼ੋਰੈਂਸ ਕਰਵਾਉਣੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਤੁਹਾਡਾ ਪਰਿਵਾਰ ਸੇਫ ਹੁੰਦਾ ਵੇ। ਜੇ ਹਿੰਦੁਸਤਾਨ ਦੀ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹ ਟੀਚਾ ਲਿਖਿਆ ਗਿਆ ਕਿ 2047 ਤੱਕ ਹਰ ਇੱਕ ਸ਼ਖਸ ਕੋਲ ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ, ਸਿਕਿਉਰ ਹੁੰਦੀ ਹੈ, ਤੁਹਾਡਾ ਪਰਿਵਾਰ ਸਿਕਿਉਰ ਹੁੰਦਾ ਹੈ। ਜਦੋਂ ਬੰਦਾ ਚਲਾ ਜਾਂਦਾ ਨਾ ਜੀ, ਉਦੋਂ ਬਾਅਦ ਪਰਿਵਾਰ ਦੇ ਸਹਾਰੇ ਲਈ ਕੋਈ ਨਹੀਂ ਖੜਦਾ ਹੁੰਦਾ। ਉਸ ਬੰਦੇ ਵੱਲੋਂ ਲਿੱਤਾ ਗਿਆ ਫੈਸਲਾ, ਉਹਦੇ ਵੱਲੋਂ ਟਾਈਮ 'ਤੇ ਕੀਤੀ ਗਈ ਇੰਸ਼ੋਰੈਂਸ ਸੈਕਟਰ ਦੇ ਵਿੱਚ ਇਨਵੈਸਟਮੈਂਟ ਇੱਕ ਵੱਡੀ ਚੀਜ਼ ਬਣ ਕੇ, ਵੱਡਾ ਧਨ ਦੌਲਤ ਬਣ ਕੇ ਉਹਦੇ ਪਰਿਵਾਰ ਲਈ, ਉਹਦੇ ਬੱਚਿਆਂ ਲਈ ਕੰਮ ਆਉਂਦੀ ਹੈ। ਅਤੇ ਮੈਂ ਤਾਂ ਇਹੀ ਕਹਾਂਗਾ, ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬੜੇ ਹੋਰ ਟੂਲ ਨੇ, ਬੜੇ ਹੋਰ ਸੈਕਟਰ ਨੇ ਜਿੱਥੇ ਤੁਸੀਂ ਇਨਵੈਸਟਮੈਂਟ ਕਰਦੇ ਹੋ, ਪਰ ਜੋ ਇੰਸ਼ੋਰੈਂਸ ਹੈ, ਜੇ ਤੁਹਾਡੇ ਕੋਲ 100 ਰੁਪਏ ਇਨਵੈਸਟਮੈਂਟ ਕਰਨ ਲਈ ਹੈ ਨਾ, ਜੇ ਤੁਸੀਂ ਉਹਦੇ ਵਿੱਚੋਂ 10 ਰੁਪਏ ਵੀ ਕਿਤੇ ਲਗਾਓਗੇ, 10% ਵੀ, ਤਾਂ ਉਹ ਤੁਹਾਡੇ ਬਾਕੀ ਦੇ 90 ਰੁਪਈਆਂ ਲਈ ਛਤਰੀ ਬਣ ਕੇ ਤੁਹਾਡੇ ਪਰਿਵਾਰ ਨੂੰ ਸੰਭਾਲਣ ਦੇ ਲਈ ਖੜੇਗਾ। ਇਸ ਲਈ ਅੱਜ ਤੋਂ ਹੀ ਆਪਣੇ ਆਪ ਨੂੰ ਸੁਚੇਤ ਕਰੋ ਅਤੇ ਇੰਸ਼ੋਰੈਂਸ ਜ਼ਰੂਰ ਖਰੀਦੋ ਆਪਣੇ ਪਰਿਵਾਰ ਲਈ, ਆਪਣੇ ਲਈ, ਖੁਸ਼ਹਾਲੀ ਲਈ, ਆਉਣ ਵਾਲੇ ਭਵਿੱਖ ਨੂੰ ਉਜਵਲ ਬਣਾਉਣ ਦੇ ਲਈ। So we are having another financial consultant, Boxy Puri. Welcome him to The Sovera. Ma'am, today people, they have many misconceptions regarding insurance. So what are the common misconceptions? देखो, इंश्योरेंस को लेके जो सबसे बड़ी मिसकंसेप्शन है ना, वो तो ये है कि लोगों को ये लगता है कि ये सेविंग का टूल है, जबकि ये सेविंग का नहीं, ये सब ऐसी प्रोटेक्शन है जो आपको कोई और एसेट दे ही नहीं सकता। इंश्योरेंस तब आपके काम आती है जब आपके बाकी एसेट्स आपके लिए शायद उतना काम नहीं आ रहे होते। ठीक है। दूसरी ये है कि लोगों को लगता है कि इसमें शायद क्लेम लेना मुश्किल है, लेकिन मुझे 16 ईयर्स हो गए काम करते, मुझे नहीं लगता कि अगर आपने सही तरह से पॉलिसी ली हुई है तो आपको कोई क्लेम लेने में दिक्कत आती है। क्लेम बहुत ईजिली कंपनीज़ ने फॉर्मेट बनाया हुआ है, अगर उसको कंप्लीट एक बार में कर दिया जाए तो क्लेम में कभी डिले होता ही नहीं है। सेकंड जो होता है कि लोगों को लगता है शायद मेरे को इसमें से पैसे वापस नहीं मिल सकते इन केस ऑफ इमरजेंसी, बट गवर्नमेंट ऑफ इंडिया ने IRDA के साथ मिलके ये किया हुआ है कि आप आफ्टर फर्स्ट ईयर के बाद भी सरेंडर वैल्यू आपको मिल जाती है। ठीक है। तो उसमें ये है कि अगर इन केस अगर आपको कोई फैमिली में ऐसी अर्जेंसी आती है कि आपको पैसे की नीड पड़ गई और आप इंश्योरेंस को कंटिन्यू नहीं कर सकते, जैसे आप बाकी एसेट्स को बेच के अपना पैसा ले लेते हो, उसी तरह से आप इंश्योरेंस को भी सरेंडर करके अपनी एक वैल्यू सर्टन अटेन कर सकते हो। So when you meet people, you encounter such kind of misconceptions, so how you counter them?
देखिए, सबसे पहले तो हमें उनको बताना पड़ता है कि इंश्योरेंस की जो नीड है वो कैसे उनके लिए वर्क करेगी। बिकॉज अगर हम कोई प्रॉपर्टी बाय करते हैं या कभी कोई गोल्ड बाय करते हैं तो नो बडी वॉन्ट्स कि अगर मेरी फैमिली में कोई ऐसा कुछ हो गया तो मैं इतनी बड़ी प्रॉपर्टी को सेल कर दूँ। तो इंश्योरेंस ये है कि आपकी इनकम को प्रोटेक्ट कर रहा है। देखो, जो अर्निंग मेंबर है अगर उसको कोई प्रॉब्लम आ जाती है, आपके सारे एसेट्स चाहे वहीं पे रहें, लेकिन जो मेन आपको सेटबैक लगता है कि आपको वो इनकम आनी बंद हो जाती है। ठीक है, तो जो इंश्योरेंस आपको हमने मल्टीफोल्ड टाइम्स दी होती है आपकी इनकम के अकॉर्डिंग, अगर आप उसकी कल को एक एफडी भी करवा लेते हो तो उसके अकॉर्डिंग आपको क्या मिलता है, पैसे मिलने आने, मंथली इनकम आप ले सकते हो उसको। तो बेसिकली कि ये क्या करता है, इनकम को रिप्लेस करने का काम करता है। तो हमने मेजर इंश्योरेंस में उसी को कवर करना होता है। So, as Baljeet Singh and Boxy Puri, they have explained the benefits of insurance, and they have explained that what kind of misconceptions. So, we are having with us another financial consultant, Mandeep Kaur. Welcome, ma'am, to The Savera. थैंक यू। Ma'am, as another financial consultants, they have explained the benefits of insurance and what are the misconceptions. But despite of importance of insurance, still the penetration of insurance is very low as compared to the global standards. So, what reasons you see? Sir, I would here give my opinion that the reason behind this, the less penetration, is people are not aware as on date. They are not that educated as on date. But simultaneously, our Prime Minister, our government has launched a project that he will try to penetrate the entire population by 2047. He will try to, with the teamwork, he will try to ensure each and every family as globally other countries are. Because this is a very vital, I would say, instrument which is to be penetrated in each and every family. Reason being, जैसे हम रोटी कपड़ा मकान को अहमियत देते हैं, सिमिलरली ये वाला जो हमारा एक रोटी है, ये कपड़ा भी है और मकान भी है, इसको अगर हम अहमियत देंगे तो मेरी सबसे पहली जो ज़रूरत है, आजकल हमारी ऐड भी आ रही है, सबसे पहले इंश्योरेंस, जो सबसे पहले मेरी ज़रूरत है वो कैटर होएगी। बिकॉज इफ़ आई एम नॉट, एक सिक्के के दो पहलू होते हैं, हेड एंड टेल। इसमें दोनों ही गवर्नमेंट ने दे दिए। मैं हूँ तो मैं सर्वाइवल बेनिफिट लूँगा, और डैट ऑल्सो माई टैक्स फ्री इनकम। All other instruments are charging tax on your earned income, but on this is tax free under section 1010D of the government. Plus I am getting my financial protection, I am getting my life security. So what it is helping a family? अगर मैं हूँ तो मज़े से मैं अपनी maturity enjoy कर रहा हूँ। We don't sell death, we sell protection, we sell financial security to a family. सो दिस इज़ अ मिथ कि हमें लोग मौत बेचने आ रहे हैं, लोग भागते हैं इंश्योरेंस से। इसी को हमें अवेयर करना है, इसी को एजुकेट करना है, विच वी एज अ इंश्योरेंस ऑर्गेनाइजेशन इज़ प्लेइंग अ वाइटल रोल इन एजुकेटिंग नाउअडेज टू ईच एंड एवरी फैमिली। वी आर पेनिट्रेटिंग टू द रूरल एरियाज ऑल्सो, क्योंकि उनको नहीं पता है, वो घबराते हैं, वो कहते हैं हमारे पास बहुत है पैसा, हमारे पास ज़मीन ज़ायदाद बहुत है, हमारे साथ पुश्तें खा लेंगे। बट दिस इज़ अ मिथ। व्हेन अ पर्सन गोज़, एज माई कोलीग्स शेयर्ड विद यू, अपनी प्रॉपर्टी, अपना गोल्ड इतनी जल्दी नहीं वो डिस्पोज ऑफ कर पाते, वो डेट में आ जाते हैं। डेट में आने से क्या होता है, वो जहाँ से उन्होंने इतने साल से मेहनत करके शुरू हुए होते हैं वो फिर नीचे चले जाते हैं। सो दिस इज़ अ वेरी वाइटल इंस्ट्रूमेंट विच अ फैमिली शुड कैटर द मोमेंट ही और शी स्टार्ट्स अर्निंग। ये एक प्रोटेक्शन है, एक अम्ब्रेला है, इट इज़ वेरी वाइटल। As you explained that it is a kind of protection, it is a kind of financial security for a family. But on the other side, if we talk about the investment opportunity, then every financial expert, they explain that one should diversify their income, they should diversify into different investment options. So how you see insurance is as an investment option as compared to other tools? Very right question you have asked me, because this is a very common objection and very common question of a public. इसमें हम जैसे मोस्टली कहते हैं कि सारे एग्स एक पॉकेट में मत रखो, पिक पॉकेटिंग हुई तो सारा चला गया। सो इट्स राइटली सेड कि हमें डिवर्सिफाई करना चाहिए। सो इफ़ आई एम डिवर्सिफाइंग, तो जैसे मेरे कलीग बलजीत जी ने बोला कि अगर मैं 10 रुपये 100 में से इधर लगाता हूँ तो मेरे 90 रुपये का जो छतरी है वो मेरी पूरी कैटर होती है। इसमें इन्वेस्टमेंट के लिए मैं इसलिए इसको प्रमोट करती हूँ, मेरे को बैंक है, पोस्ट ऑफिस है, गोल्ड है, ये सब मेरे को मैक्सिमम जो गवर्नमेंट रेट ऑफ इंटरेस्ट है 7 to 8% रिटर्न देते हैं। सो वाई नॉट टू इन्वेस्ट इन इंश्योरेंस? वी आर नॉट सेइंग कि तुम मेरे को 100 रुपीज़ दे दो,
यू ग्रो योर फनल देयर ऑल्सो, लेकिन इसमें जो मेरे को 7-8% पैसा आएगा दैट विल बी टैक्स फ्री, जो बहुत बड़ी बात है। मैं 8% के ऊपर इंटरेस्ट दूंगा बाकी इंस्ट्रूमेंट्स में, तो अगर मैं इस इन्वेस्टमेंट में लगाता हूँ पैसा तो मेरे को फिर भी इनकम आ रही है। मैं मरने पे तो पैसा नहीं ले रही हूँ, मरूंगी तो भी मिलेगा, बाकी इंस्ट्रूमेंट में क्या मिलेगा, टैक्स कट के पैसा मिलेगा। सो दिस वे आई प्रमोट दिस। ਸਰ ਮੈਂ ਤੁਹਾਨੂੰ ਇੱਥੇ ਬਸ ਲਾਸਟ ਇੱਕ ਸਮਰਾਈਜ਼ ਇਹੀ ਕਰਾਂਗੀ ਕਿ ਇਟਸ ਨਾਟ ਦੈਟ ਕਿ ਅਸੀਂ ਫਾਈਨੈਂਸ਼ੀਅਲ ਕੰਸਲਟੈਂਟ ਹੈਗੇ ਆ ਤਾਂ ਕਰਕੇ ਅਸੀਂ ਇਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰ ਰਹੇ ਹਾਂ। ਐਜ਼ ਅ ਫੈਮਿਲੀ ਅਗਰ ਮੈਂ ਲੇਮੈਨ ਵੀ ਹੋਵਾਂ ਅਤੇ ਮੈਂ ਕਿਸੇ ਫਾਈਨੈਂਸ਼ੀਅਲ ਕੰਸਲਟੈਂਟ ਤੋਂ ਇਹ ਚੀਜ਼ ਸਮਝੀ ਹੋਵੇ ਤਾਂ ਡੈਫੀਨੇਟਲੀ ਮੈਂ ਇਸ ਚੀਜ਼ ਨੂੰ ਤਵੱਜੂ ਦਾਂਗੀ। ਅਤੇ ਮੈਂ ਤੁਹਾਨੂੰ ਸਭ ਨੂੰ, ਸਾਰੀ ਸੁਸਾਇਟੀ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਚੰਗੇ ਫਾਈਨੈਂਸ਼ੀਅਲ ਕੰਸਲਟੈਂਟ ਨਾਲ ਬੈਠੋ, ਸਮਝੋ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਨੀਡ ਦੇ ਅਕੋਰਡਿੰਗ ਇਹਦੇ ਵਿੱਚ ਆਪਣਾ ਪੈਸਾ ਲਾਓ ਅਤੇ ਫੈਮਿਲੀ ਨੂੰ ਸਿਕਿਉਰ ਕਰੋ। ਦੈਟਸ ਇਟ। ਥੈਂਕ ਯੂ ਸੋ ਮਚ। Baljeet ji, as ma'am explained that there is lack of awareness, what you think that what other thing lack in this sector and what are your suggestions for the same? ਮੈਂ ਕਹਿਣਾ ਚਾਹਾਂਗਾ ਕਿ ਵੀ ਇਹਦੇ ਵਿੱਚ ਜਿਵੇਂ ਮੈਡਮ ਨੇ ਦੱਸਿਆ, ਮਨਦੀਪ ਮੈਮ ਨੇ, ਕਿ ਅਦਰ ਸੈਕਟਰ ਦੇ ਵਿੱਚ ਵੀ ਸਾਡੇ ਕੋਲ ਇਨਵੈਸਟਮੈਂਟ ਦੇ ਵਿੱਚ ਬੈਨੀਫਿਟਸ ਹੈਗੇ ਨੇ, ਪਰ ਕੁਝ ਇਹਦੇ ਵਿੱਚ ਲੀਗਲ ਫੈਕਟ ਇੱਦਾਂ ਦੇ ਨੇ, ਕੁਝ ਸਾਡੇ ਕੋਲ ਟੈਕਨੀਕ ਨੇ, ਕੁਝ ਐਕਟ ਨੇ ਇੱਦਾਂ ਦੇ ਜਿੰਦੇ ਨਾਲ ਤੁਸੀਂ ਮਤਲਬ ਦੇਖੋ, ਮੈਂ ਜੇ ਕਲੀਅਰ ਬਿਲਕੁਲ ਗੱਲ ਕਰਾਂ ਤੇ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਇੰਡਸਟਰੀਲਿਸਟ ਨੇ ਵੱਡੇ ਜਾਂ ਵਪਾਰੀ ਨੇ ਜਾਂ ਜੋ ਵੀ ਕਰ ਰਹੇ ਹੈਗੇ ਨੇ, ਉਹ ਦੇਖੋ ਬੈਂਕਾਂ ਤੋਂ ਲੈ ਕੇ ਇਨਵੈਸਟਮੈਂਟ ਕਰਦੇ ਨੇ। ਰਾਈਟ। ਬਿਜ਼ਨਸ ਉੱਪਰ ਜਾ ਰਿਹਾ, ਥੱਲੇ ਜਾ ਰਿਹਾ, ਲਾਇਬਿਲਿਟੀਜ਼ ਵੱਧ ਰਹੀਆਂ ਨੇ, ਘਟ ਰਹੀਆਂ ਨੇ। ਪਰ ਇੰਸ਼ੋਰੈਂਸ ਸੈਕਟਰ ਦੇ ਵਿੱਚ ਸਾਡੇ ਕੁਝ ਐਦਾਂ ਦੇ ਟੂਲ ਹੈਗੇ ਨੇ ਵੀ ਜਿਹੜੀ ਉਹਨਾਂ ਵੱਲੋਂ ਉਸ ਸੈਕਸ਼ਨ ਦੇ ਅੰਡਰ ਲਾ ਕੇ ਇਨਵੈਸਟਮੈਂਟ ਕੀਤੀ ਜਾਏਗੀ, ਉਸ ਇਨਵੈਸਟਮੈਂਟ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਆਪਣੇ ਜਾਣ ਤੋਂ ਬਾਅਦ ਜਾਂ ਬਿਜ਼ਨਸ ਦੇ ਵਿੱਚ ਕੋਈ ਵੱਡਾ ਐਕਸੀਡੈਂਟ ਹੋਣ ਤੋਂ ਬਾਅਦ, ਉੱਪਰ ਥੱਲੇ ਹੋਣ ਤੋਂ ਬਾਅਦ ਉਹਨਾਂ ਲਾਇਬਿਲਿਟੀਆਂ ਤੋਂ ਆਪਣੇ ਪਰਿਵਾਰ ਨੂੰ ਮੁਕਤ ਰੱਖ ਸਕਦੇ ਨੇ। ਚਾਹੇ ਮੈਂ ਹਾਂ, ਚਾਹੇ ਤੁਸੀਂ ਹੋ, ਜਾਂ ਕੋਈ ਵੀ ਹੈ, ਹਰ ਇੱਕ ਸ਼ਖਸ ਨੇ ਆਪਣੀ ਫੈਮਿਲੀ ਲਈ, ਆਪਣੇ ਬੱਚਿਆਂ ਲਈ, ਆਪਣੀ ਵਾਈਫ ਲਈ ਇੱਕ ਸੁਪਨਾ ਵੇਖਿਆ ਹੁੰਦਾ ਵੇ ਅਤੇ ਉਹ ਸੁਪਨਾ ਉਹਨੇ ਵਪਾਰ 'ਚ ਪੂਰਾ ਕਰਨਾ ਹੁੰਦਾ ਵੇ। ਪਰ ਕਈ ਵਾਰੀ ਕੁਝ ਇੱਦਾਂ ਦੇ ਬਿਜ਼ਨਸ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਬਹੁਤ ਵੱਡੇ ਲਾਸ ਸਹਿੰਦੇ ਹੋ। ਕਈ ਬੰਦੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਬਿਜ਼ਨਸ ਲਾਸ ਕਰਕੇ ਜਾਂਦੇ ਵੀ ਦੇਖੇ, ਪਰ ਪਿੱਛੋਂ ਪਰਿਵਾਰ ਦੇ ਪੱਲੇ ਕੁਝ ਨਹੀਂ ਪੈਂਦਾ, ਕਿਉਂਕਿ ਜੇ ਬੈਂਕ ਹੈ ਜਾਂ ਸਰਕਾਰ ਹੈ ਜਾਂ ਕੋਈ ਵੀ, ਉਹਨਾਂ ਨੇ ਤਾਂ ਆਪਣੀ ਪੇਮੈਂਟ ਰਿਕਵਰੀ ਲੈਣੀ ਹੈ ਅਤੇ ਉਸ ਰਿਕਵਰੀ ਦੇ ਵਿੱਚ ਜਾ ਕੇ ਬੰਦਾ ਖਾਲੀ ਹੋ ਜਾਂਦਾ ਵੇ। ਪਰ ਜਿਹੜੀ ਉਹਨਾਂ ਨੇ ਉਸ ਸੈਕਸ਼ਨ ਦੇ ਵਿੱਚ ਇਨਵੈਸਟਮੈਂਟ ਕੀਤੀ ਹੁੰਦੀ ਹੈ, ਪਿੱਛੇ ਤੁਸੀਂ ਲੇਟੈਸਟ ਲੈ ਲਓ, ਪਲਾਸਟਿਕ ਇੰਡਸਟਰੀ ਨੂੰ ਇੱਕਦਮ ਸਰਕਾਰ ਨੇ ਕਹਿ ਦਿੱਤਾ ਕਿ ਪਲਾਸਟਿਕ ਲਿਫਾਫਾ ਨਹੀਂ ਬਣੇਗਾ ਜੀ, ਪੋਲੀਥੀਨ ਬੰਦ। ਆਪ ਜੀ ਵੀ ਲੁਧਿਆਣੇ ਦੀ ਇੰਡਸਟਰੀ ਨੂੰ ਦੇਖਦੇ ਹੋ, ਵੱਡੇ ਅਰਬਾਂ ਖਰਬਾਂ ਦੀ ਤਾਦਾਦ ਦੇ ਵਿੱਚ ਬੰਦਿਆਂ ਨੇ ਇਨਵੈਸਟਮੈਂਟ ਕਰਕੇ ਰੁਪਈਆਂ ਦੇ ਲਾਏ ਸੀ, ਯੂਨਿਟ ਬੰਦ ਹੋ ਗਿਆ। ਜਿਹੜੀ ਲੇਬਰ ਸੀ ਕੰਮ ਕਰ ਰਹੀ ਫ੍ਰੀ ਹੋ ਗਈ। ਕਦ ਬੰਦਾ ਦੁਬਾਰਾ ਫਿਰ ਉਹਨੂੰ ਦੇਖੋ, ਜਿਹੜੀਆਂ ਮਸ਼ੀਨਰੀਆਂ ਬਣ ਜਾਂਦੀਆਂ, ਜਿਹੜੀਆਂ ਚੀਜ਼ਾਂ ਲਈ ਜਾਂਦੀਆਂ, ਉਹ ਰਹਿ ਜਾਂਦੀਆਂ ਹੁੰਦੀਆਂ ਉੱਥੇ ਸਾਰਾ ਕੁਝ। ਇਸ ਕਰਕੇ ਤੁਸੀਂ ਆਪਣੇ ਬਿਜ਼ਨਸ ਐਕਸੀਡੈਂਟ ਤੋਂ ਬਚਣ ਲਈ, ਆਪਣੇ ਪਰਿਵਾਰ ਦੇ ਉਜਵਲ ਭਵਿੱਖ ਲਈ, ਉਹਨਾਂ ਨੂੰ ਆਪਣੀਆਂ ਲਾਇਬਿਲਿਟੀਆਂ ਦੀ ਟੈਨਸ਼ਨ ਤੋਂ ਮੁਕਤ ਕਰਨ ਲਈ ਮੈਂ ਕਹਾਂਗਾ ਕਿ ਇੰਸ਼ੋਰੈਂਸ ਇੱਕ ਬੈਸਟ ਸੈਕਟਰ ਹੈ। ਜੇ ਤੁਹਾਡੇ ਬਾਰਿਸ਼ ਪੈ ਰਹੀ ਨਾ, ਤੁਹਾਨੂੰ ਛਤਰੀ ਚਾਹੀਦੀ ਹੈ ਤਾਂ ਤੁਸੀਂ ਜਿੱਥੇ ਮਰਜ਼ੀ ਆਪਣਾ ਧਨ ਦੌਲਤ ਲਾਓ। ਮੈਂ ਫਿਰ ਉਸੇ ਗੱਲ 'ਤੇ ਆਵਾਂਗਾ ਕਿ 10% ਸਿਰਫ 100 ਵਿੱਚੋਂ 10 ਰੁਪਏ ਇੰਸ਼ੋਰੈਂਸ ਸੈਕਟਰ 'ਚ ਇਨਵੈਸਟ ਕਰੋ, ਤੁਹਾਡੇ 90 ਰੁਪਇਆਂ ਦੀ ਤੁਹਾਡੇ ਪਰਿਵਾਰ ਦੀ ਉਹ ਛਤਰੀ ਬਣ ਕੇ ਨਿਬੜੇਗਾ। Thank you so much. So these were financial consultants Baljeet Singh, Boxy Puri and Mandeep Kaur. They have explained well in detail what are the benefits of insurance, how this insurance is a better tool, a best tool to provide financial security to a family, how it is a best tool for as an investment option. So we will keep updating you with such crucial information. Stay tuned to The Savera for more updates. Amarpal Singh with cameraman Manoj Sidhu.